ਆਸ਼ੂਤੋਸ਼ ਦੇ ਸਰੀਰ ਦੀ ਜਾਂਚ ਪੀਜੀਆਈ ਦੇ ਡਾਕਟਰਾਂ ਤੋਂ ਕਰਵਾਉਣ ਦੀ ਮੰਗ। ਮੀਡੀਆ ਨੂੰ ਸਿੱਧੇ ਪ੍ਰਸਾਰਣ ਦੀ ਦਿੱਤੀ ਜਾਵੇ ਆਗਿਆ। ਡਰਾਈਵਰ ਪੂਰਨ ਸਿੰਘ ਵੱਲੋਂ ਹਾਈ ਕੋਰਟ 'ਚ ਇੱਕ ਹੋਰ ਪਟੀਸ਼ਨ ਦਾਇਰ। ਸੁਣਵਾਈ ਅੱਜ। ਆਸ਼ੂਤੋਸ਼ ਦੇ ਪੁੱਤਰ ਵੱਲੋਂ ਪਿੰਡ ਵਿੱਚ ਧਰਨਾ ਜਾਰੀ। ਸੰਸਥਾਨ ਪ੍ਰਬੰਧਕ ਅੱਜ ਹਾਈ ਕੋਰਟ 'ਚ ਦੇਣਗੇ ਜਵਾਬ ਦਾਵਾ। ਦਿਵਿਆ ਜੋਤੀ ਜਾਗਰਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਦੀ ਮੌਜੂਦਾ ਸਥਿਤੀ ਬਾਰੇ ਸੱਚਾਈ ਉਜਾਗਰ ਕਰਨ ਲਈ ਹੁਣ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਿੱਖਿਆ ਦੇ ਖੋਜ ਪੀਜੀਆਈ ਤੇ ਮਾਹਰ ਡਾਕਟਰਾਂ ਦੀ ਟੀਮ ਦਾ ਗਠਨ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਆਸ਼ੂਤੋਸ਼ ਦਾ ਕਿਸੇ ਸਮੇਂ ਨਿੱਜੀ ਡਰਾਈਵਰ ਰਹਿ ਚੁੱਕਾ ਹੋਣ ਦਾ ਦਾਅਵਾ ਕਰਨ ਵਾਲੇ ਪੂਰਨ ਸਿੰਘ ਨਾਂ ਦੇ ਵਿਅਕਤੀ ਨੇ ਅੱਜ ਫਿਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਹੋਰ ਸਹਿ ਪਟੀਸ਼ਨ ਦਾਇਰ ਕਰਦਿਆਂ ਕਿਹਾ ਹੈ ਕਿ ਇੱਕ ਪਾਸੇ ਸੰਸਥਾ ਨਾਲ ਸੰਬੰਧਿਤ ਡਾਕਟਰੀ ਰਿਪੋਰਟ ਦੇ ਆਧਾਰ ਤੇ ਪੰਜਾਬ ਸਰਕਾਰ ਪਿਛਲੀ 29 ਜਨਵਰੀ ਨੂੰ ਹੀ ਡੇਰਾ ਮੁਖੀ ਦੇ ਕਲੀਨਿਕਲ ਡੈੱਡ ਹੋ ਚੁੱਕਾ ਹੋਣ ਦੀ ਪੁਸ਼ਟੀ ਕਰ ਚੁੱਕੀ ਹੈ ਤੇ ਦੂਜੇ ਪਾਸੇ ਸੰਸਥਾਨ ਪ੍ਰਬੰਧਕ ਹਾਲੇ ਵੀ ਸਮਾਧੀ ਵਾਲੇ ਦਾਅਵੇ ਤੇ ਹੀ ਕਾਇਮ ਰਹਿੰਦੇ ਹੋਏ ਕਿਸੇ ਵੀ ਬਾਹਰੀ ਵਿਅਕਤੀ ਸਣੇ ਸਰਕਾਰੀ ਪ੍ਰਸ਼ਾਸਨਿਕ ਤੇ ਪੱਤਰਕਾਰਾਂ ਨੂੰ ਉਸ ਕਮਰੇ ਵਿੱਚ ਨਹੀਂ ਜਾਣ ਦੇ ਰਹੇ ਜਿੱਥੇ ਆਸ਼ੂਤੋਸ਼ ਦੀ ਦੇਹ ਪਈ ਹੈ। ਉਸ ਦੇ ਵਕੀਲ ਐਸਪੀ ਸੋਈ ਨੇ ਹਾਈ ਕੋਰਟ ਵਿੱਚ ਇਹ ਪਟੀਸ਼ਨ ਦਾਇਰ ਕਰਦਿਆਂ ਇਹ ਵੀ ਤੱਥ ਰੱਖਿਆ ਹੈ ਕਿ ਜਿਨ੍ਹਾਂ 3 ਡਾਕਟਰਾਂ ਕੋਲੋਂ ਦਸਤਖਤ ਕੀਤਾ ਮੈਡੀਕਲ ਸਰਟੀਫਿਕੇਟ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦਿੱਤਾ ਹੈ, ਉਹਨਾਂ ਵਿੱਚੋਂ ਇੱਕ ਅੱਖਾਂ ਦਾ ਡਾਕਟਰ ਹੈ, ਦੂਜਾ ਚੰਡੀਗੜ੍ਹ 'ਚ ਕਲੀਨਿਕਲ ਚਲਾ ਰਿਹਾ ਹੈ ਤੇ ਤੀਜੀ ਡਾਕਟਰ ਕਰਤਾਰ ਕੌਰ ਦਾ ਸਬੰਧ ਕਿਸ ਅਦਾਰੇ ਨਾਲ ਬਾਰੇ ਕੁਝ ਸਪਸ਼ਟ ਨਹੀਂ ਹੈ। ਇੰਨਾ ਹੀ ਨਹੀਂ, ਪੰਜਾਬ ਸਰਕਾਰ ਨੇ ਸਤਿਗੁਰ ਪ੍ਰਤਾਪ ਸਿੰਘ ਅਪੋਲੋ ਹਸਪਤਾਲ ਲੁਧਿਆਣਾ ਦਾ ਵੀ ਇੱਕ ਦਸਤਾਵੇਜ਼ ਹਾਈ ਕੋਰਟ ਨੂੰ ਦਿੱਤਾ ਹੈ ਜਿਸ ਵਿੱਚ ਉਹਨਾਂ ਵੱਲੋਂ ਉਸ ਦਿਨ ਫੋਨ ਕਾਲ ਆਉਣ ਤੇ ਐਂਬੂਲੈਂਸ ਨੇ ਨੂਰਮਹਿਲ ਡੇਰੇ ਵਿੱਚ ਜਾਣ ਦਾ ਤਾਂ ਜ਼ਿਕਰ ਕੀਤਾ ਹੈ ਪਰ ਮਰੀਜ਼ ਦੀ ਮੌਤ ਆਪਣੇ ਪਹੁੰਚਣ ਤੋਂ ਪਹਿਲਾਂ ਹੀ ਹੋ ਚੁੱਕੀ ਹੈ ਦੀ ਵੀ ਗੱਲ ਕਹੀ ਹੈ। ਉਹਨਾਂ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਕਿਸੇ ਵੀ ਸਪਸ਼ਟ ਸਥਿਤੀ ਵੱਲ ਇਸ਼ਾਰਾ ਨਹੀਂ ਕਰ ਰਹੀਆਂ ਜਿਸ ਕਰਕੇ ਹੁਣ ਫੌਰੀ ਤੌਰ ਤੇ ਆਸ਼ੂਤੋਸ਼ ਦੇ ਫ੍ਰੀਜ਼ਰ ਵਿੱਚ ਬਹੁਤ ਹੀ ਘੱਟ ਤਾਪਮਾਨ ਤੇ ਰੱਖੇ ਹੋਏ ਸਰੀਰ ਦੀ ਜਾਂਚ ਘੱਟੋ ਘੱਟ ਪੀਜੀਆਈ ਜਾਂ ਫਿਰ ਕਿਸੇ ਮਿਆਰ ਤੇ ਕਿਸੇ ਹੋਰ ਸਰਕਾਰੀ ਹਸਪਤਾਲ ਦੇ ਮਾਹਿਰ ਡਾਕਟਰਾਂ ਕੋਲੋਂ ਪੱਤਰਕਾਰਾਂ ਦੀ ਹਾਜ਼ਰੀ ਵਿੱਚ ਕਰਵਾਉਣ ਦੇ ਹੁਕਮ ਜਾਰੀ ਕੀਤੇ ਜਾਣ ਦੇ ਨਾਲ ਹੀ ਬਿਜਲੀ ਮੀਡੀਆ ਨੂੰ ਇਸ ਜਾਂਚ ਦਾ ਸਿੱਧਾ ਪ੍ਰਸਾਰਣ ਲਾਈਵ ਟੈਲੀਕਾਸਟ ਕਰਨ ਦੀ ਵੀ ਆਗਿਆ ਦਿੱਤੀ ਜਾਵੇ। ਹਾਈ ਕੋਰਟ ਵਿੱਚ ਦਾਇਰ ਹੋਈ ਇਸ ਅੱਜ ਮੰਗਲਵਾਰ ਲਈ ਜਿਸ ਨੂੰ ਜਸਟਿਸ MMS ਬੇਦੀ ਦੀ ਅਦਾਲਤ ਵਿੱਚ ਜ਼ਰੂਰੀ ਕੇਸਾਂ ਤਹਿਤ ਸੂਚੀਬੱਧ ਕਰ ਲਈ ਗਈ ਹੈ। ਇਸ ਤੋਂ ਇਲਾਵਾ ਪੂਰਨ ਸਿੰਘ ਵੱਲੋਂ ਪਹਿਲਾਂ ਤੋਂ ਹੀ ਦਾਇਰ ਪਟੀਸ਼ਨ ਜਿਸ ਤਹਿਤ ਪੰਜਾਬ ਸਰਕਾਰ ਕਿਸੇ 5 ਤਰੀਕ ਨੂੰ ਹੀ ਆਸ਼ੂਤੋਸ਼ ਦੇ ਕਲੀਨਿਕਲੀ ਡੈੱਡ ਅਤੇ ਸੰਸਥਾਨ ਵੱਲੋਂ ਸਮਾਧੀ ਅੰਦਰ ਹੋਣ ਦੇ ਹਲਫਨਾਮੇ ਦਾਇਰ ਕੀਤੇ ਜਾ ਚੁੱਕੇ ਹਨ ਤੇ ਵੀ ਹਾਈ ਕੋਰਟ ਵਿੱਚ ਮੰਗਲਵਾਰ ਨੂੰ ਹੀ ਸੁਣਵਾਈ ਹੋਣ ਜਾ ਰਹੀ ਹੈ ਜਿਸ ਤਹਿਤ ਪੂਰਨ ਸਿੰਘ ਦੀ ਪਹਿਲੀ ਪਟੀਸ਼ਨ ਨੂੰ ਕਾਇਮ ਰੱਖਣ ਜਾਂ ਨਾ ਰੱਖਣ ਬਾਰੇ ਫੈਸਲਾ ਕੀਤਾ ਜਾਵੇਗਾ ਕਿਉਂਕਿ ਦਾਇਰ ਪਟੀਸ਼ਨ ਦਾ ਇੱਕ ਮਨੋਰਥ ਆਸ਼ੂਤੋਸ਼ ਦੇ ਜਿਉਂਦਾ ਹੋਣ ਦਾ ਦਾਅਵਾ ਕਰਦਿਆਂ ਉਸ ਨੂੰ ਸੰਸਥਾ ਪ੍ਰਬੰਧਕਾਂ ਨੇ ਗੈਰ ਕਾਨੂੰਨੀ ਬੰਧਨ ਚੋਂ ਮੁਕਤ ਕਰਾਉਣ ਵਾਲਾ ਹੈ ਪਰ ਪੰਜਾਬ ਸਰਕਾਰ ਪਿਛਲੀ ਸੁਣਵਾਈ ਤੇ ਆਸ਼ੂਤੋਸ਼ ਦੇ ਡਾਕਟਰੀ ਤੌਰ ਤੇ ਮਰ ਚੁੱਕਾ ਹੋਣ ਦਾ ਦਾਅਵਾ ਕਰ ਚੁੱਕੀ ਹੈ ਜਿਸ ਕਰਕੇ ਸੰਸਥਾ ਪ੍ਰਬੰਧਕਾਂ ਤੇ ਲੱਗੇ ਆਸ਼ੂਤੋਸ਼ ਜਿਉਂਦੀ ਸਥਿਤੀ 'ਚ ਨੂੰ ਵੀ ਬੰਧਕ ਬਣਾਉਣ ਦੇ ਦੋਸ਼ ਬੇਅਸਰ ਹੋ ਜਾਣ ਕਾਰਨ ਪਟੀਸ਼ਨ ਦੀ ਕਿਸਮਤ ਹੈਬੀਅਸ ਕਾਰਪਸ ਦੀ ਸਥਿਤੀ ਨੂੰ ਲੈ ਕੇ ਸਵਾਲ ਖੜੇ ਹੋ ਗਏ ਹਨ ਅਤੇ ਸੰਸਥਾ ਪ੍ਰਬੰਧਕਾਂ ਤੇ ਲੱਗੇ ਗੈਰ ਕਾਨੂੰਨੀ ਤੌਰ ਤੇ ਬੰਧਕ ਬਣਾਇਆ ਹੋਣ ਦੇ ਦੋਸ਼ਾਂ ਬਾਰੇ ਪ੍ਰਬੰਧਕਾਂ ਵਿਸ਼ਾਲਾਨੰਦ, ਗੋਬਿੰਦਾਨੰਦ, ਮੋਹਨਪੁਰੀ, ਨਰਿੰਦਰ ਨੰਦ ਅਤੇ ਸਰਵਾਨੰਦ ਦੀ ਜਵਾਬਦੇਹੀ ਜੋ ਕਿ ਹਾਈ ਕੋਰਟ ਦੇ ਸਭ ਤੋਂ ਪਹਿਲੇ ਹੁਕਮਾਂ ਮੁਤਾਬਕ ਮੰਗਲਵਾਰ ਨੂੰ ਹੀ ਦਾਇਰ ਕਰਨੀ ਬਣਦੀ ਸੀ ਵੀ ਖਤਮ ਹੋ ਗਈ ਜਿਸ ਦੇ ਚੱਲਦਿਆਂ ਹੁਣ ਅੱਜ ਇਸ ਕੇਸ ਵਿੱਚ ਮੁੱਖ ਤੌਰ ਤੇ ਆਸ਼ੂਤੋਸ਼ ਦੇ ਸਰੀਰ ਦੀ ਪੁਖਤਾ ਮੈਡੀਕਲ ਜਾਂਚ ਸੰਬੰਧੀ ਹੁਕਮ ਜਾਰੀ ਕਰਨ ਦੀ ਹੀ ਸੰਭਾਵਨਾ ਬਣਦੀ ਹੈ। ਦਿਵਿਆ ਜੋਤੀ ਜਾਗਰਤੀ ਸੰਸਥਾਨ ਦੀ ਬੁਲਾਰੀ ਜਯਾ ਭਾਰਤੀ ਨੇ ਕੁਝ ਦਿਨ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਆਸ਼ੂਤੋਸ਼ ਅਜੇ ਵੀ ਸਮਾਧੀ ਵਿੱਚ ਹਨ। नहीं, महाराज जी एकदम स्टेबल हैं, साधना की स्थिति में ही हैं, जैसे कल स्थिति में थे उनकी स्थिति वैसी ही है, बिल्कुल स्टेबल है। साधना में समाधि में ही है तो समाधि में एवरीडे चेंजेस तो नहीं आते हैं तो या तो वो समाधि में जाते हैं और उसके बाद आते हैं, जाने और आने के बीच में एक स्टेबिलिटी होती है, वो स्टेबिलिटी बनी हुई है। हाँ, आज भी लेटे हुए हैं। नहीं, समाधि में हिलते डुलते तो वैसे भी नहीं है। नहीं तो उनको जब वो तो परसों जब बताया था तो ड्यूरिंग दैट टाइम उन्होंने बताया था कि देयर वाज सर्टेन पीपल who wanted to conduct whether he's fine or whatever. So during that like the doctor tried to take a feel. So at that time we got him into a lying position and he's in that the same position since then. That was not an issue. Any other question? तो अभी जैसे कैंसर जड़ पे देख चुके हैं तो कुछ भी चेंजेस नहीं है तो बाहर हम देखें तो बहुत तैयारियां की जा रही है नई ये जो तैयारियां आपको लग रही है ना ये बहुत अनयूजुअल नहीं है। दिव्य ज्योति जागृति संस्थान एक बहुत बड़ी संस्था है और अगर आप लोगों ने नोटिस किया होगा तो पिछले 1-1.5 महीने से काफ़ी एक्टिविटीज़ आश्रम में चल रही थी, बहुत सारे प्रोग्राम्स हैं जो संस्थान करता रहता है और एक यूजुअल सी प्रैक्टिस है। और जहाँ तक लॉ इन्फोर्समेंट एजेंसीज जो डिप्लॉयड हैं यहाँ पर
वो क्योंकि फर्स्ट डे कुछ जिस तरीके के रूमर्स आप तक जो इन्फॉर्मेशन पहुंची आप लोगों ने छापी, उसकी वजह से थोड़ा सा प्रशासन भी सजग हो गया। और जितनी भी डिप्लॉयमेंट ऑफ फोर्स है यहाँ पे, इट इज़ पर्टिकुलरली एंड वेरी प्राइमरीली इट्स दी prerogative of the authorities. There is nothing a stake of our organization in there. We have not called any deployment. We have not called any police authority. It is completely their issue, their prerogative. They are here by their own authority, not on the invitation of the organization. तो आश्रम के अंदर 2 फ्रीजर लाने की भी बात हो रही थी, 2 फ्रीजर लाएंगे। एक्चुअली ये तभी हुआ था फर्स्ट नाइट पे, जब इनिशियल में किसी सेवादार को कन्फ्यूजन हो गई थी, क्योंकि डॉक्टर ने जब चेक किया तो उनको ऐसा लगा, और इट वाज हम लोग को मालूम भी नहीं था, तो वो वहीं पड़े थे एंड इट इज़ बीइंग सेंट बैक, इट्स नॉट यूज्ड हियर। जैसे कि कहा जाता है कि उनके पास सिर्फ कुछ खास साधन है जो उनके पास जा सकते हैं, उनसे ठीक कर सकते हैं, तो उस वजह वो समाधि में गए, तो ऐसा क्यों हुआ कि डॉक्टर को बुलाने की जरूरत पड़ी? क्या वो ऐसा नहीं है कि खास साधक हैं, खास लोग ही उनके पास जाते हैं। समय समय पे अलग अलग लोगों की उनके साथ सेवा होती है। बहुत सारे यंग भाई हैं, यंग सेवादार भी हैं जो उनके साथ सेवा में होते हैं। तो उस समय कुछ नए यंग सेवादार ही थे जो नहीं समझ पाए, और बाद में जब बड़े लोग गए जिन्होंने समझा, तो वो बात और वो वर्जन और वो जो सही है, प्रामाणिक बात है, वो आप तक पहुंचा दी गई है। अच्छा, प्रमाणिक बात प्रेस के थ्रू आम लोगों तक पहुंच रही है, तो जो पुलिस प्रशासन बाहर है उन तक ये बात क्यों नहीं पहुंच पा रही है? इतनी फोर्स की यहाँ पे जरूरत नहीं है, क्यों है? नहीं, ये चीज़ हम प्रशासन तक पहुंचा चुके हैं, लेकिन प्रशासन की तरफ से निर्णय हम नहीं लेते हैं। वो प्रशासन का निर्णय है, और वो बात प्रशासन ऐसा क्यों कर रहा है वो तो प्रशासन ही आपको बता पाएगा। कहीं आपको लगता है कि जगह वजह से पैनिक क्रिएट हो रहा है? नहीं, पैनिक थोड़ा सा पहले दिन क्रिएट हुआ था, लेकिन उसके बाद हम लोगों ने अपनी शाखाओं से हमारे जितने महाराज श्री के शिष्य हैं, अनुयायी हैं, उन तक सभी सही बातें पहुंचा दी गई हैं। तो नाउ एवरीथिंग इज स्टेबल, एवरीथिंग इज कूल। आपने देखा होगा पिछले एक दिन में यहाँ पर लोग जो आ रहे थे, जिनको परेशानी हो रही थी, उन सब तक सही सूचना जा चुकी है। तो इतने ज़्यादा लोग आ भी नहीं रहे हैं। आज जो भी चल रहा है आश्रम में बहुत यूजुअल है। ਆਸ਼ੂਤੋਸ਼ ਦੇ ਪੁੱਤਰ ਵੱਲੋਂ ਪਿੰਡ ਵਿੱਚ ਧਰਨਾ ਜਾਰੀ। ਸੰਸਥਾਨ ਪ੍ਰਬੰਧਕ ਅੱਜ ਹਾਈ ਕੋਰਟ 'ਚ ਦੇਣਗੇ ਜਵਾਬ ਦਾਵਾ। ਦਿਵਿਆ ਜੋਤੀ ਜਾਗਰਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਦੀ ਮ੍ਰਿਤਕ ਦੇਹ ਲੈਣ ਦੀ ਮੰਗ ਨੂੰ ਲੈ ਕੇ ਆਪਣੇ ਜੱਦੀ ਪਿੰਡ ਲਖਨੌਰ ਜ਼ਿਲ੍ਹਾ ਮਧੂਬਨੀ ਵਿਖੇ ਦਲੀਪ ਝਾਅ ਤੇ ਪਿੰਡ ਵਾਸੀਆਂ ਵੱਲੋਂ ਧਰਨਾ ਅਜੇ ਵੀ ਜਾਰੀ ਹੈ। ਭਾਜਪਾ ਨੇਤਾ ਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਬੀਤੀ ਸ਼ਾਮ ਪਿੰਡ ਲਖਨੌਰ ਵਿਖੇ ਪੁੱਜੇ ਸਨ ਤੇ ਉਹਨਾਂ ਮਰਨ ਵਰਤ ਉੱਪਰ ਬੈਠੇ ਸੰਸਥਾਨ ਮੁਖੀ ਦੇ ਪੁੱਤਰ ਦਲੀਪ ਝਾਅ ਨੂੰ ਮਰਨ ਵਰਤ ਖੋਲ੍ਹਣ ਹੀ ਮਨਾ ਲਿਆ ਸੀ ਤੇ ਭਰੋਸਾ ਦਿੱਤਾ ਸੀ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੋਲ ਇਹ ਮਾਮਲਾ ਉਠਾਉਣਗੇ। ਜੱਦੀ ਪਿੰਡ ਤੋਂ ਅਜੀਤ ਨਾਲ ਫੋਨ ਤੇ ਗੱਲਬਾਤ ਕਰਦਿਆਂ ਦਲੀਪ ਨੇ ਦੱਸਿਆ ਕਿ ਅੱਜ ਵੀ ਪਿੰਡ ਦੇ ਲੋਕ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਸ਼ਾਮਲ ਹੋਏ। ਉਹਨਾਂ ਦੱਸਿਆ ਕਿ ਅਜੇ ਤੱਕ ਨਾ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਤੇ ਨਾ ਉਹਨਾਂ ਕੋਲ ਪਹੁੰਚ ਕੀਤੀ ਹੈ ਤੇ ਨਾ ਹੀ ਦਿਵਿਆ ਜੋਤੀ ਜਾਗਰਤੀ ਸੰਸਥਾਨ ਵੱਲੋਂ ਹੀ ਕਿਸੇ ਨੇ ਉਹਨਾਂ ਨਾਲ ਸੰਪਰਕ ਕੀਤਾ ਹੈ। ਦਲੀਪ ਦਾ ਇਹ ਵੀ ਕਹਿਣਾ ਸੀ ਕਿ ਜੇਕਰ ਸੁਰੱਖਿਆ ਮਿਲੇ ਤਾਂ ਉਹ ਪੰਜਾਬ ਜਾ ਸਕਣਗੇ। ਇਸ ਦੌਰਾਨ ਜਨਤਾ ਦਲ ਯੂ ਦੇ ਵਿਧਾਨ ਪਰਿਸ਼ਦ ਦੇ ਮੈਂਬਰ ਵਿਨੋਦ ਕੁਮਾਰ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਆਸ਼ੂਤੋਸ਼ ਦੀ ਮ੍ਰਿਤਕ ਦੇ ਉਹਨਾਂ ਦੇ ਵਾਰਸਾਂ ਦੇ ਹਵਾਲੇ ਕੀਤੀ ਜਾਵੇ ਤਾਂ ਕਿ ਉਹਨਾਂ ਦੇ ਜੱਦੀ ਪਿੰਡ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾ ਸਕੇ। ਸਰਦਾਰ ਬਾਦਲ ਨੂੰ ਲਿਖੇ ਪੱਤਰ ਵਿੱਚ ਵਿਨੋਦ ਕੁਮਾਰ ਸਿੰਘ ਨੇ ਕਿਹਾ ਹੈ ਕਿ ਮਿੱਤੀਚਲ ਖੇਤਰ ਦੇ ਲੋਕ ਚਾਹੁੰਦੇ ਹਨ ਕਿ ਮਹੇਸ਼ ਝਾਅ ਉਰਫ ਆਸ਼ੂਤੋਸ਼ ਦੀ ਮ੍ਰਿਤਕ ਦੇ ਉਹਨਾਂ ਦੇ ਜੱਦੀ ਪਿੰਡ ਲਖਨੌਰ ਭੇਜੀ ਜਾਵੇ ਤਾਂ ਕਿ ਇੱਥੋਂ ਦੇ ਰੀਤੀ ਰਿਵਾਜ ਅਨੁਸਾਰ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾ ਸਕੇ।